ਪ੍ਰੋਕਿਊਰਮੈਂਟ ਹੋ ਰਹੀ ਹੈ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਆ। ਕਿਸਾਨ ਵੀ ਮੰਡੀਆਂ 'ਚ ਕਣਕ ਲੈ ਕੇ ਆ ਰਹੇ ਨੇ, ਆੜਤੀ ਵੀ ਖੁਸ਼ ਨੇ ਔਰ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਕੀਤੇ ਜਾਂਦੇ ਹੈਗੇ ਨੇ। ਔਰ ਇੱਕ ਖਾਸੀਅਤ ਆ ਪੰਜਾਬ ਦਾ ਕਿਸਾਨ ਵੀ, ਆੜਤੀ ਵੀ ਔਰ ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਵੀ ਹਰ ਵਾਰ ਮਹਿਸੂਸ ਕਰਦੀਆਂ ਕਿ ਜਦ ਵੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਆ, ਚਾਹੇ ਕਣਕ ਦੀ ਫਸਲ ਹੋਵੇ ਚਾਹੇ ਫਿਰ ਝੋਨੇ ਦੀ ਫਸਲ ਹੋਵੇ, ਕਿਸਾਨ ਖੁਸ਼ ਹੋ ਕੇ ਘਰਾਂ ਨੂੰ ਜਾਂਦਾ ਹੈਗਾ, ਨਿਰਵਿਘਨ ਖਰੀਦ ਹੁੰਦੀ ਆ। ਇਸ ਸਮੇਂ ਸਾਡੇ ਨਾਲ ਸੂਬੇ ਦੇ ਫੂਡ ਅਤੇ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੰਤਰੀ ਸਾਹਿਬ, ਕਿਵੇਂ ਦੀ ਚੱਲ ਰਹੀ ਪ੍ਰੋਕਿਊਰਮੈਂਟ? ਕਿਉਂਕਿ ਇੱਕ ਰੇੜਕਾ ਸੀ ਉਹ ਵੀ ਦੂਰ ਹੋ ਚੁੱਕਾ, ਸਾਰੀਆਂ ਏਜੰਸੀਆਂ ਖਰੀਦ ਕਰ, ਮੰਡੀ ਬੋਰਡ ਦੇ ਪ੍ਰਬੰਧ ਕਿਵੇਂ ਆ, ਅਰੇਂਜਮੈਂਟ ਕਿਵੇਂ ਦੇ ਚੱਲ ਰਹੇ ਜੀ? बिल्कुल ठीक है, इनीशियल स्टेज है क्योंकि रेड़के काफ़ी ਸੀਗੇ। ਇਸ ਵਾਰੀ ਮੁਸ਼ਕਿਲ ਹੋਰ ਵੀ ਜ਼ਿਆਦਾ ਸੀਗੀ। ਪਿਛਲੇ ਸਾਲ ਤਾਂ ਇਕੱਲਾ ਕੋਵਿਡ ਨਾਲ ਹੀ ਲੜਨਾ ਪੈ ਰਿਹਾ ਸੀ। ਇਸ ਵਾਰ ਜੋ ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਸੀਗੀਆਂ ਉਹ ਰੇੜਕੇ ਵਿੱਚ ਫਸੇ ਹੋਏ ਸੀਗੇ। ਕੁਝ ਜੂਟ ਦੀ ਫਸਲ ਹੈ ਨਹੀਂ ਸੀਗੀ ਜਾਂ ਉੱਥੇ ਮਿਲਾਂ ਨਹੀਂ ਸੀ ਚੱਲ ਰਹੀਆਂ, ਉਹਦੇ ਕਰਕੇ ਬਾਰਦਾਨੇ ਦੀ ਬੜੀ ਕਮੀ ਸੀ। ਇਹਨਾਂ ਹਾਲਾਤਾਂ ਦੇ ਬਾਵਜੂਦ ਜਿਹੜੀ ਤਿਆਰੀ ਆ ਉਹ ਬੜੀ ਮਕਬੂਲ ਕੀਤੀ ਗਈ, ਬੜੀ ਵਧੀਆ ਤਿਆਰੀ ਕੀਤੀ ਗਈ। ਮੰਡੀ ਬੋਰਡ ਔਰ ਫੂਡ ਦੇ ਅਫੀਸ਼ੀਅਲਸ ਰਲ ਕੇ ਮੰਡੀਆਂ ਦੀ ਗਿਣਤੀ ਵਧਾਈ ਗਈ। ਉਹਨਾਂ 'ਚ ਮੰਡੀ ਬੋਰਡ ਨੇ ਪ੍ਰਬੰਧ ਪੂਰੇ ਕੀਤੇ। ਕਿਸ ਤਰੀਕੇ ਸਟੈਗਰਡ ਵੇ ਨਾਲ, ਜਿਵੇਂ ਸੀਐਮ ਸਾਹਿਬ ਦਾ ਮਨਸ਼ਾ ਸੀਗੀ ਵੀ ਪ੍ਰੋਕਿਊਰਮੈਂਟ ਵੀ ਵਧੀਆ ਕਰਨੀ ਹੈ, ਨਿਰਵਿਘਨ ਕਰਨੀ ਹੈ, ਨਾਲ ਦੀ ਨਾਲ ਕੋਸ਼ਿਸ਼ ਕਰਨੀ ਹੈ ਵੀ ਸੂਬੇ ਦੇ ਕਿਸਾਨਾਂ ਦਾ ਔਰ ਸੂਬੇ ਦੇ ਲੋਕਾਂ ਦਾ ਨੁਕਸਾਨ ਨਾ ਹੋਵੇ, ਕੋਈ ਜਾਨੀ ਨੁਕਸਾਨ ਨਾ ਹੋਵੇ, ਕੋਵਿਡ ਕਰਕੇ ਨਾ ਹੋਵੇ। ਉਹਦੇ ਵਾਸਤੇ ਮੰਡੀਆਂ ਦੀ ਗਿਣਤੀ ਵਧਾਉਣਾ, ਉਹਨਾਂ ਦੇ ਵਿੱਚ ਸਾਰੇ ਪ੍ਰਬੰਧ ਪੂਰੇ ਕਰਨਾ, ਇਹ ਸਾਰੇ ਕੀਤੇ ਗਏ। ਨਾਲ ਇੱਕ ਜਿਹੜਾ ਰੇੜਕਾ ਸੀਗਾ ਡਾਇਰੈਕਟ ਪੇਮੈਂਟ ਵਾਲਾ, ਉਹਨੂੰ ਅਖੀਰਲੇ ਦਿਨ 10 ਤਰੀਕ ਨੂੰ ਮੀਟਿੰਗ ਕਰਕੇ, ਐਡੀ ਮੈਰਾਥਨ ਮੀਟਿੰਗ ਤੋਂ ਬਾਅਦ ਸਟ੍ਰਾਈਕ ਉਹਨਾਂ ਦੀ ਖਤਮ ਕਰਵਾਈ ਗਈ ਆੜਤੀਆਂ ਦੀ, ਔਰ ਉਹਨਾਂ ਨੂੰ ਖਰੀਦ ਦੇ ਵਿੱਚ ਸ਼ਾਮਲ ਕੀਤਾ ਗਿਆ। ਫਿਰ ਖਰੀਦ ਸ਼ੁਰੂ ਕਰਵਾਈ ਗਈ ਸ਼ਾਮ ਨੂੰ 10 ਤਰੀਕ ਨੂੰ, ਤੇ ਅੱਜ 4 ਦਿਨਾਂ ਬਾਅਦ 13 ਲੱਖ ਦੇ ਕਰੀਬ ਮੀਟ੍ਰਿਕ ਟਨ ਦੇ ਕਰੀਬ ਫਸਲ ਆ ਚੁੱਕੀ ਹੈ। ਉਹਨਾਂ 'ਚੋਂ 10 ਲੱਖ ਸਟੇਟ ਏਜੰਸੀਜ਼ ਨੇ ਔਰ ਕੁਝ FCI ਨੇ ਉਹਦੀ ਪ੍ਰੋਕਿਊਰਮੈਂਟ ਕਰ ਲਈ ਹੈ। ਲਿਫਟਿੰਗ ਵੀ ਸ਼ੁਰੂ ਹੋ ਗਈ ਹੈ 1.5 ਲੱਖ ਤੋਂ ਉੱਤੇ। ਕਿਤੇ ਕਿਤੇ ਇੱਕ ਵਹਿਮ ਜਿਹਾ ਹੈ ਵੀ ਖੰਭਨੀ ਬਾਰਦਾਨਾ ਕਿਸ ਤਰੀਕੇ ਮਿਲੇਗਾ ਜਾਂ ਸਾਨੂੰ ਪੇਮੈਂਟ ਮਿਲੇਗੀ ਕਿ ਨਹੀਂ ਮਿਲੇਗੀ। ਤੇ ਮੈਂ ਤੁਹਾਡੇ ਇਸ ਚੈਨਲ ਰਾਹੀਂ ਸਾਰਿਆਂ ਨੂੰ ਯਕੀਨ ਦਿਲਵਾਉਣਾ ਵੀ ਸਾਡੇ ਕੋਲ ਪੂਰਾ ਪ੍ਰਯਾਪਤ ਪ੍ਰੋਪਰ ਇਹਦੀ ਬੈਗਸ ਦੀ ਕੋਈ ਸ਼ਾਰਟੇਜ ਨਹੀਂ ਹੈ। ਸਾਡੇ ਕੋਲ ਪ੍ਰਬੰਧ ਪੂਰੇ ਨੇ। 50-55% ਸਾਡੇ ਹੱਥ 'ਚ ਹੈ ਬਾਰਦਾਨਾ, ਕੋਈ 25-30% ਟਰਾਂਸਪੋਰਟੇਸ਼ਨ 'ਚ ਹੈ, ਜਾਂ ਥੋੜ੍ਹਾ ਬਹੁਤ ਜਿਹੜਾ ਰਹਿ ਜਾਏਗਾ ਉਹਦਾ ਅਸੀਂ ਯੂਜ਼ਡ ਬਾਰਦਾਨੇ ਦਾ ਟੈਂਡਰ ਲਗਾਇਆ ਹੋਇਆ, ਉਹਦੇ 'ਚ ਆੜਤੀ ਪਾਰਟੀਸਪੇਟ ਕਰਨਗੇ ਤੇ ਉਹ ਬਾਰਦਾਨਾ ਵੀ ਲਗਾ ਲੈਣਗੇ। ਕੋਈ ਕਿਸੇ ਕਿਸਾਨ ਨੂੰ ਕਿਸੇ ਤਰੀਕੇ ਦਾ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ। ਹੁਣ ਵੀ ਵੈਸੇ ਵੀ ਜੇ ਤੁਸੀਂ ਦੇਖੋ ਜਿੰਨੀ ਫਸਲ ਆ ਰਹੀ ਹੈ, ਨਾਲ ਏਜੰਸੀਆਂ ਪ੍ਰੋਕਿਊਰ ਕਰਦੀਆਂ ਜਾ ਰਹੀਆਂ। ਪੇਮੈਂਟ ਕਿਸ ਤਰੀਕੇ ਮਿਲੇਗੀ ਤਾਂ ਮੈਂ ਉਹ ਵੀ ਖਦਸ਼ਾ ਦੂਰ ਕਰਨਾ ਚਾਹਾਂਗਾ। ਪੇਮੈਂਟ ਬਕਾਇਦਾ ਤੌਰ ਤੇ ਕਿਸਾਨ ਦੇ ਖਾਤੇ 'ਚ ਜਾਏਗੀ। ਸਿਰਫ ਰੇੜਕਾ ਇੰਨਾ ਸੀਗਾ, ਅੱਗੇ ਵੀ ਡਾਇਰੈਕਟ ਪੇਮੈਂਟ ਹੀ ਅਸੀਂ ਕਰਦੇ ਸੀ ਪਰ ਥਰੂ ਆੜਤੀਆਜ਼ ਕਰਦੇ ਸੀ। ਹੁਣ ਉਹ ਸਿੱਧੀ ਹੋ ਜਾਏਗੀ। ਆੜਤੀਆਂ ਨੂੰ ਰੈਲੇਵੈਂਟ ਰੱਖਣ ਲਈ ਸਿਸਟਮ ਦੇ ਅੰਦਰ ਇੱਕ ਜਿਹੜੀ ਕੀ ਦਿੱਤੀ ਹੋਈ ਹੈ, ਉਹਨੂੰ ਕਿਵੇਂ ਯੂਜ਼ ਕਰਨਾ ਹੈ, ਉਹਦੇ ਵਾਸਤੇ ਸਾਡੇ ਮਾਸਟਰ ਟ੍ਰੇਨਰ ਬਣ ਕੇ ਅਸੀਂ ਜ਼ਿਲ੍ਹਿਆਂ 'ਚ ਉਹਨਾਂ ਨੂੰ ਭੇਜ ਦਿੱਤਾ ਹੈ। ਜਿੱਥੇ ਜਿੱਥੇ ਆੜਤੀਆਂ ਨੂੰ ਹੈ ਉਹ ਗਾਈਡ ਕਰਦੇ ਜਾ ਰਹੇ ਹੈ। ਕਿਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ, ਕਿਸੇ ਨੂੰ ਨਹੀਂ ਸਮਝ ਆ ਰਹੀ, ਕੋਈ ਮੁਸ਼ਕਿਲ ਆ ਰਹੀ ਹੈ, ਉਹ ਉਹਨਾਂ ਦੀਆਂ ਮੁਸ਼ਕਿਲਾਂ ਦੂਰ ਕਰਦੇ ਜਾ ਰਹੇ ਹੈ। ਤੇ 1-2 ਦਿਨ ਦੇ ਵਿੱਚ ਪੇਮੈਂਟ ਦਾ ਕੰਮ ਵੀ ਬੜਾ ਸਮੂਥ ਹੋ ਜਾਏਗਾ। ਤੇ ਜਿੱਥੇ FCI ਦੇ ਇਸ਼ੂਜ਼ ਦਾ ਸਬੰਧ ਸੀਗਾ, FCI ਦੇ ਇਸ਼ੂ ਸੀਗੇ, ਆੜਤੀਆਂ ਨੂੰ ਸੀਗਾ ਵੀ ਸਾਡੀ ਕਮਿਸ਼ਨ ਲੇਟ ਮਿਲਦੀ ਹੈ ਜਾਂ ਸਾਡੀ ਅਨਲੋਡਿੰਗ ਦੇ ਜਿਹੜੇ ਪੈਸੇ ਹੈ ਉਹ EPF ਇਸ਼ੂ ਕਰਨ 70% ਕੱਟ ਕਰਕੇ ਉਹ ਦਿੰਦੇ ਨੇ। ਉਹ ਵੀ ਸਟੇਟ ਗਵਰਨਮੈਂਟ ਨੇ ਉਹਨਾਂ ਨਾਲ ਗੱਲਬਾਤ ਕਰਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੈਂਡ ਰਿਕਾਰਡ ਦਾ ਇਸ਼ੂ ਉਹਨਾਂ ਦੀ ਚਿੱਠੀ ਆ ਗਈ ਵੀ ਕੋਈ ਜ਼ਰੂਰਤ ਨਹੀਂ, ਪ੍ਰੋਕਿਊਰਮੈਂਟ ਬੜੀ ਨਿਰਵਿਘਨ ਚਾਲੂ ਹੋ ਗਈ ਹੈ। ਜਿੱਥੇ ਜਿੱਥੇ ਕੋਈ FCI ਦੇ ਕਰਕੇ ਕੋਈ ਮੁਸ਼ਕਿਲਾਂ ਆ ਰਹੀਆਂ ਉਹ 1-2 ਦਿਨ 'ਚ ਅਸੀਂ ਸੌਟ ਆਊਟ ਕਰ ਲਈਆਂ। ਸਾਡੇ ਸਾਰੇ MDs ਫੀਲਡ 'ਚ ਚਲੇ ਗਏ, ਏਜੰਸੀਆਂ ਦੇ ਸਾਰੇ DC ਸਾਹਿਬਾਨ SDM ਮੰਡੀਆਂ 'ਚ ਜਾ ਰਹੇ ਹੈ ਪ੍ਰੋਪਰਲੀ। ਮੈਂ ਵੀ ਮੰਡੀਆਂ ਵਿਜ਼ਿਟ ਕਰਦਾ ਆ ਰਿਹਾ, ਸਾਡੇ ਸੈਕਟਰੀ ਸਾਹਿਬਾਨ ਔਰ ਡਾਇਰੈਕਟਰ ਫੂਡ ਵੀ ਮੰਡੀਆਂ 'ਚ ਨੇ। ਅਸੀਂ ਕੋਸ਼ਿਸ਼ ਕਰਾਂਗੇ ਆ ਜਿਹੜੇ 1-2 ਦਿਨ 'ਚ ਲੋਕਾਂ ਦੇ ਵਹਿਮ ਨੇ, ਭਰਮ ਨੇ, ਉਹ ਦੂਰ ਕਰ ਦਈਏ ਤੇ ਉਸ ਤੋਂ ਬਾਅਦ ਹੈਸਲ ਫ੍ਰੀ ਪ੍ਰੋਕਿਊਰਮੈਂਟ ਜ਼ਰੂਰ ਹੋਏਗੀ। ਕੌਣ ਲੋਕ ਨੇ ਜਿਹੜੇ ਬਾਰਦਾਨੇ ਨੂੰ ਲੈ ਕੇ ਕਿਸਾਨਾਂ ਨੂੰ ਜਾਂ ਹੋਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ?
ਕਿਸਾਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਜਿਹੜਾ ਬਾਰਦਾਨਾ ਹੁੰਦਾ ਹੈ ਅਸੀਂ ਆੜਤੀਆਂ ਦੇ ਥਰੂ ਉਹਨਾਂ ਦੀ ਭਰਾਈ ਕਰਦੇ ਹਾਂ। ਆੜਤੀਆਂ ਨੂੰ ਹਾਂ ਅੱਗੇ ਖੁੱਲਾ ਹੁੰਦਾ ਸੀਗਾ ਉਹਨਾਂ ਕੋਲੋਂ, ਹੁਣ ਜਿੱਦਾਂ ਦੇ ਹਾਲਾਤ ਬਣ ਗਏ ਨੇ, ਪਿੱਛੇ ਜੂਟ ਮਿਲਣਾ ਕੋਲ ਨਹੀਂ ਆ ਰਿਹਾ, ਤਾਂ ਪੂਰਾ ਸੂਰਾ ਬਾਰਦਾਨਾ ਹੁੰਦਾ, ਤਾਂ ਫਿਰ ਉਹ ਜਿਵੇਂ ਜਿਵੇਂ ਫਸਲ ਆਉਂਦੀ ਹੈ ਉਵੇਂ ਉਵੇਂ ਦੇਣੇ ਆ। ਤਾਂ ਉਹ ਜਦੋਂ ਥੋੜਾ ਜਿਹਾ ਤਰੀਕੇ ਨਾਲ ਕਰੋ ਤਾਂ ਪੰਜਾਬੀਆਂ ਦਾ ਸੁਭਾਅ ਰਹਿੰਦਾ ਵੀ ਅਸੀਂ ਖੁੱਲਾ ਵਰਤਣਾ ਤੇ ਸਾਨੂੰ ਨਹੀਂ ਹੈ। ਪਰ ਕੋਈ ਕਿਤੇ ਬਾਰਦਾਨੇ ਦੀ ਸ਼ਾਰਟੇਜ ਨਹੀਂ ਹੈ, ਕਿਸੇ ਮੰਡੀ 'ਚ ਨਹੀਂ ਹੈ। ਅਗਰ ਕਿਸੇ ਏਜੰਸੀ ਕੋਲੇ ਕਿਸੇ ਮੰਡੀ 'ਚ ਵੀ ਸ਼ਾਰਟੇਜ ਹੋਏਗੀ ਤਾਂ ਇੱਥੋਂ ਆਰਡਰ ਕਰ ਦਿੱਤਾ ਗਿਆ, ਦੂਸਰੀ ਏਜੰਸੀ ਤੋਂ ਉਹ ਬੋਰੀਆਂ ਲੈ ਕੇ ਉਹਨੂੰ ਯੂਜ਼ ਕਰ ਲੈਣਗੇ। ਪਰ ਬਾਰਦਾਨਾ ਹੈਗਾ, ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਲੈ ਕੇ ਮੰਡੀ 'ਚ ਬੈਠਣਾ ਨਹੀਂ ਪਏਗਾ, ਇਹ ਮੈਂ ਉਹਨਾਂ ਨੂੰ ਯਕੀਨ ਦਿਲਵਾਉਣਾ। ਸਾਡੇ ਸੀਐਮ ਸਾਹਿਬ ਬਕਾਇਦਾ ਤੌਰ ਤੇ ਸਾਰੇ ਆਪਰੇਸ਼ਨ ਨੂੰ ਮੋਨੀਟਰ ਕਰ ਰਹੇ ਆ, ਕਿਤੇ ਕੋਈ ਮੁਸ਼ਕਿਲ ਆਉਣ ਨਹੀਂ ਦੇਵਾਂਗੇ। ਵਿਰੋਧੀਆਂ ਨੂੰ ਯਕੀਨ ਨਹੀਂ ਆ ਰਿਹਾ, ਵਿਰੋਧੀਆਂ 'ਚ ਘਬਰਾਹਟ ਦਿਖਾਈ ਦੇ ਰਹੀ ਹੈ ਜੀ। ਵਿਰੋਧੀਆਂ ਦਾ ਕੰਮ ਹੁੰਦਾ, ਵਿਰੋਧੀਆਂ ਦਾ ਦੇਖੋ ਪੋਜ਼ਿਟਿਵ ਲੈਣਾ ਚਾਹੀਦਾ। ਉਹ ਆਪੋਜੀਸ਼ਨ ਡੈਮੋਕ੍ਰੇਸੀ 'ਚ ਇੱਕ ਵਾਚ ਡੌਗ ਦਾ ਕੰਮ ਕਰਦੀ ਹੈ। ਉਹਨਾਂ ਨੂੰ ਸਾਡੇ ਤੇ ਨਜ਼ਰ ਰੱਖਣੀ ਚਾਹੀਦੀ ਹੈ। ਜਿੱਥੇ ਸਾਡੀਆਂ ਕਮਜ਼ੋਰੀਆਂ ਹੈ ਅਸੀਂ ਤਾਂ ਉਹਨੂੰ ਵੀ ਪੋਜ਼ਿਟਿਵ ਲਵਾਂਗੇ, ਕਮਜ਼ੋਰੀਆਂ ਉਹਨਾਂ ਦੇ ਕਹੇ ਤੇ ਦੂਰ ਕਰਾਂਗੇ ਅਗਰ ਕੋਈ ਹੁੰਦੀਆਂ ਵੀ ਹੈ। ਪਰ ਬਹੁਤਾ ਦੇਖਿਆ ਜਾਂਦਾ ਉਹ ਐਵੇਂ ਹੀ ਸਿਰਫ ਆਪੋਜੀਸ਼ਨ ਕਰਨ ਲਈ ਹੀ ਕੁਝ ਨਾ ਕੁਝ ਚੀਜ਼ਾਂ ਲੱਭਦੇ ਆ। ਅਦਰਵਾਈਜ਼ ਮੈਂ ਉਹਨਾਂ ਨੂੰ ਵੀ ਯਕੀਨ ਦਿਲਵਾਨਾ, ਜੋ ਉਹਨਾਂ ਦੀ ਮਨਸ਼ਾ ਹੈ ਵੀ ਕਿਸਾਨ ਰੁਲੇ ਨਾ, ਅਸੀਂ ਉਹ ਬਿਲਕੁਲ ਧਿਆਨ 'ਚ ਰੱਖਾਂਗੇ। ਕਿਸੇ ਕਿਸਾਨ ਨੂੰ, ਕਿਸੇ ਆੜਤੀਏ ਨੂੰ, ਕਿਸੇ ਵੀ ਟਰਾਂਸਪੋਰਟਰ ਨੂੰ ਜਾਂ ਸਾਡੇ ਲੇਬਰ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ। ਨਾ ਕਿਸਾਨ ਨੂੰ ਪੇਮੈਂਟ ਵੱਲੋਂ, ਨਾ ਉਹਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦ ਹੋਵੇਗਾ। ਜਿਵੇਂ ਆੜਤੀਆਂ ਨੂੰ ਪਹਿਲਾਂ ਹੁਣ ਤਾਂ ਹੀ ਕਮਿਸ਼ਨ ਮਿਲਦੀ ਆ ਰਹੀ ਹੈ, ਉਸੇ ਹੀ ਤਰੀਕੇ ਕਮਿਸ਼ਨ ਮਿਲੇਗੀ ਤੇ ਬਾਕੀ ਵੀ ਆਪਰੇਸ਼ਨ ਉਸੇ ਤਰੀਕੇ ਚੱਲੇਗਾ। ਹੋਰ ਹੈ ਕਿਉਂਕਿ ਪਿਛਲੇ ਸਾਲ ਵੀ ਕਰੋਨਾ, ਹੁਣ ਵੀ ਕਰੋਨਾ ਦੀ ਦੂਜੀ ਲਹਿਰ ਚੱਲਦੀ ਕਿ ਕੋਈ ਹੋਰ ਜ਼ਿਆਦਾ ਖਰੀਦ ਸੈਂਟਰ ਆਰਜੀ ਤੌਰ ਤੇ ਬਣਾਏ ਗਏ ਕਿ ਜੋ ਪਹਿਲਾਂ ਇਨਫਰਾਸਟ੍ਰਕਚਰ ਉਹਦੇ ਤਹਿਤ ਖਰੀਦ ਕੀਤੀ ਜਾ ਰਹੀ ਹੈ? ਨਹੀਂ ਵਧਾਏ ਗਏ ਹੈ। ਮੈਂ ਜਿਵੇਂ ਪਹਿਲਾਂ ਦੱਸਿਆ, ਮੰਡੀਆਂ ਪਹਿਲਾਂ ਸਾਡੇ ਜਿਹੜੇ ਪਰਚੇਸ ਸੈਂਟਰ ਸੀਗੇ 1800 ਸੀਗੇ, 1850, ਉਹ ਵਧਾ ਕੇ ਆਲਮੋਸਟ ਡਬਲ ਕਰ ਲਿੱਤੇ ਗਏ। 3500 ਤੋਂ ਉੱਤੇ ਮੰਡੀਆਂ ਬਣ ਚੁੱਕੀਆਂ ਤੇ ਉਹਦੇ 'ਚ ਪ੍ਰਬੰਧ ਪੂਰੇ ਹੈ। ਜੋ ਹੈਲਥ ਡਿਪਾਰਟਮੈਂਟ ਦੀ ਪ੍ਰੋਟੋਕੋਲਸ ਨੇ ਉਹ ਸਾਰੇ ਉੱਥੇ ਕਿਸ ਤਰੀਕੇ ਫਾਲੋ ਕਰਨੇ ਆ ਉਹਦਾ ਇੰਤਜ਼ਾਮ ਕੀਤਾ ਗਿਆ। ਉੱਥੇ ਸੈਨੀਟਾਈਜ਼ਰ ਜਾਂ ਮਾਸਕ ਦਾ ਇੰਤਜ਼ਾਮ ਕੀਤਾ ਗਿਆ ਹੈ। ਪ੍ਰੋਕਿਉਰਮੈਂਟ ਬੜੇ ਸਟੈਗਰਡ ਵੇ ਨਾਲ ਹੋਵੇ। ਪਾਸਿਸ ਦਾ ਇੰਤਜ਼ਾਮ ਕੀਤਾ ਔਰ ਪਾਸਿਸ ਡੀਸੈਂਟਰਲਾਈਜ਼ ਕਰ ਦਿੱਤੇ ਆ ਇਸ ਵਾਰੀ। ਮਾਰਕੀਟ ਕਮੇਟੀਆਂ ਔਰ ਆੜਤੀ ਆਪਸ 'ਚ ਸਲਾਹ ਕਰਕੇ ਅਗਲੇ ਦਿਨ ਕਿਹੜੇ ਕਿਸਾਨਾਂ ਦੀ ਕਿੰਨੀ ਫਸਲ ਆਣੀ ਆ ਉਹ ਮੰਡੀ ਦੀ ਸਪੇਸ ਦੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਪਾਸਿਸ ਇਸ਼ੂ ਕਰਨ ਤੇ ਉਹ ਫਸਲ ਆਉਂਦੀ ਰਹੇ। ਮੇਰਾ ਖਿਆਲ ਕਿਤੇ ਕੋਈ ਮੁਸ਼ਕਿਲ ਨਹੀਂ ਆਏਗੀ। ਸਰ ਕਿੰਨੀ ਕੁ ਉਮੀਦ ਹੈਗੀ ਇਸ ਵਾਰ, ਕਿਉਂਕਿ ਕਾਫੀ ਬੰਪਰ ਕ੍ਰੌਪ ਪਈ ਹੈ ਮੰਡੀਆਂ 'ਚ, ਕਿੰਨੀ ਕਿਉਂ ਦੀ ਉਮੀਦ ਹੈ? 130 ਲੱਖ ਮੀਟ੍ਰਿਕ ਟਨ ਦੇ ਕਰੀਬ ਦੇ ਸਾਡਾ ਜਿਹੜਾ ਟੀਚਾ ਹੈ ਉਹ ਹੈਗਾ ਤੇ ਬਾਕੀ ਹੁਣ ਥੋੜੇ ਦਿਨਾਂ 'ਚ ਕਲੀਅਰ ਹੋ ਜਾਏਗਾ। ਫਸਲ ਕਿੰਨੀ ਕੁ ਬੰਪਰ ਹੈ, ਵੱਧ ਹੈ ਜਾਂ ਘੱਟ ਹੈ, ਜੋ ਹਲੇ ਇਨੀਸ਼ੀਅਲ ਟ੍ਰੈਂਡਸ ਤੋਂ ਕੁਝ ਕਿਹਾ ਨਹੀਂ ਜਾ ਸਕਦਾ। ਇੱਕ ਵਾਰੀ ਇੱਕ ਹਫਤੇ ਦੀ ਫਸਲ ਆ ਜਾਏ ਫਿਰ ਪਤਾ ਚੱਲ ਜਾਏਗਾ ਫਸਲ ਵੱਧ ਆ ਰਹੀ ਹੈ ਕਿ ਘੱਟ ਆ ਰਹੀ ਹੈ। ਸਰ ਤੁਹਾਡੇ ਵੱਲੋਂ ਕਾਫੀ ਸਖਤੀ ਵੀ ਕੀਤੀ ਗਈ, ਜਿਹੜੇ ਬਾਹਰੋਂ ਕਣਕ ਲੈ ਕੇ ਆ ਰਹੇ ਸੀ ਮਿਲ, ਉਹਨਾਂ ਖਿਲਾਫ ਪਰਚੇ ਵੀ ਦਰਜ ਕੀਤੇ ਜਾ ਰਹੇ ਨੇ। ਬਿਲਕੁਲ ਇਸ ਇਸ਼ੂ ਤੇ ਜ਼ੀਰੋ ਟੋਲਰੈਂਸ ਹੈ। ਪੁਲਿਸ ਨੂੰ ਕਹਿ ਦਿੱਤਾ ਗਿਆ, ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਹਿਤਾ, ਜਿੰਨੀਆਂ ਪ੍ਰੋਕਿਉਰਿੰਗ ਏਜੰਸੀਜ਼ ਨੇ ਉਹਨਾਂ ਦੇ ਆਫੀਸਰ ਸਾਹਿਬਾਨ ਇਹਦੇ ਤੇ ਹੈ ਵੀ ਕੋਈ ਵੀ ਬਾਹਰੋਂ ਮੂਵਮੈਂਟ ਹੁੰਦੀ ਹੈ ਕਣਕ ਦੀ ਉਹ ਇਮੀਡੀਏਟ ਉਹਨੂੰ ਪਕੜਿਆ ਜਾਏਗਾ, ਪਰਚਾ ਰਜਿਸਟਰ ਕੀਤਾ ਜਾਏਗਾ, ਉਹ ਕਣਕ ਜ਼ਬਤ ਕੀਤੀ ਜਾਏਗੀ, ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਇਹਦੇ ਤੇ ਜਿਹੜੇ ਇਦਾਂ ਦੇ ਲੋਕ ਕਿ ਉਹਨਾਂ ਦੇ ਲਾਇਸੈਂਸ ਕੈਂਸਲ ਹੋ ਸਕਦੇ, ਲਾਇਸੈਂਸ ਨਾਲ ਦੀ ਨਾਲ ਕੈਂਸਲ ਹੋ ਰਿਹਾ। ਅਗਰ ਕੋਈ ਆੜਤੀਆ ਹੈਗਾ, ਕੋਈ ਟਰੇਡਰ ਹੈਗਾ, ਉਹਨਾਂ ਦੇ ਲਾਇਸੈਂਸ ਵੀ ਕੈਂਸਲ ਹੁੰਦੇ, ਉਹਨਾਂ ਦੀ ਅਰੈਸਟ ਵੀ ਪੈ ਰਹੀ ਹੈ। ਔਰ ਇਹ ਵੀ ਪੁਲਿਸ ਨੂੰ ਕਹਿ ਦਿੱਤਾ ਵੀ ਬਕਾਇਦਾ ਤੌਰ ਤੇ ਚੇਨ ਐਸਟੈਬਲਿਸ਼ ਕੀਤੀ ਜਾਵੇ ਵੀ ਇਹ ਕਿੱਥੋਂ ਮਾਲ ਆਉਂਦਾ ਹੈ ਤੇ ਕਿਸ ਤਰੀਕੇ ਮੋਡਸ ਪ੍ਰੈਂਡੀ ਕੀ ਹੈ ਉਹਨਾਂ ਦੀ, ਇਹਦੇ 'ਚ ਕਿਸੇ ਨੂੰ ਕੋਈ ਬਖਸ਼ਿਆ ਨਹੀਂ ਜਾਏਗਾ। ਮੈਂ ਤੁਹਾਨੂੰ ਯਕੀਨ ਦਿਲਵਾਉਣਾ ਇਸ ਗੱਲ ਦੀ। ਬਹੁਤ ਮਿਹਰਬਾਨੀ। ਥੈਂਕ ਯੂ। ਇਸੇ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ, ਜਿੱਥੋਂ ਤੱਕ ਖਰੀਦ ਦਾ ਮਸਲਾ ਹੈਗਾ ਔਰ ਇਹਦੇ 'ਚ ਕੋਈ ਨਵੀਂ ਗੱਲ ਨਹੀਂ ਹੈ ਕਿ ਹਰ ਵਾਰ ਜਦੋਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਆ ਉਹ 10 ਦੀਆਂ 10 ਫਸਲਾਂ ਨਿਰਵਿਘਨ ਚੁੱਕੀਆਂ ਗਈਆਂ। ਇਹ ਆਪੋਜੀਸ਼ਨ ਦੇ ਲੋਕ ਵੀ ਮੰਨਦੇ ਨੇ। ਔਰ ਜਿੱਥੋਂ ਤੱਕ ਮਸਲਾ ਕਿ ਇਸ ਵਾਰ ਕਰੋਨਾ ਕਾਲ ਦੀ ਦੂਜੀ ਲਹਿਰ ਆ, ਉਹਨੂੰ ਲੈ ਕੇ ਵੀ ਸਰਕਾਰ ਵੱਲੋਂ ਉਚੇਚੇ ਪ੍ਰਬੰਧ ਕੀਤੇ ਗਏ ਨੇ। ਕਰਮਜੀਤ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।